ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸੁਆਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ ਅੱਜ 12ਵੀਂ ਪੌੜੀ ਦੇ ਨਾਲ ਆਏ ਹੋਏ ਸ਼ਲੋਕਾਂ ਦੇ ਵਿੱਚੋਂ ਪਹਿਲਾ ਸ਼ਲੋਕ ਜਿਹੜਾ ਹੈ ਉਹਦਾ ਆਪਾਂ ਪਾਠ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਇਹ ਉਚਾਰਨ ਕੀਤਾ ਹੋਇਆ ਪਹਿਲਾ ਸ਼ਲੋਕ ਹੈ, ਜਿਸ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਭੂ ਜੀਓ, ਮੈਂ ਤੁਹਾਡੇ ਤੋਂ ਕੁਰਬਾਨ ਜਾਨਾ ਹਾਂ, ਬਲਿਹਾਰ ਜਾਨਾ ਹਾਂ। ਕਿਉਂ? ਕਿਉਂਕਿ ਤੁਸੀਂ ਕਣ ਕਣ ਦੇ ਵਿੱਚ, ਜਰੇ ਜਰੇ ਦੇ ਵਿੱਚ ਰਮੇ ਹੋਏ ਜੇ ਤੁਸੀਂ ਕਣ ਕਣ ਦੇ ਵਿੱਚ, ਜਰੇ ਜਰੇ 'ਚ ਰਮੇ ਜੇ ਨਾ, ਇਹ ਸ਼ਬਦ ਮੇਰੇ ਕਹਿਣ ਮਾਤਰ ਨੇ, ਪਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ, ਅੰਤ ਨਹੀਂ ਪਾ ਸਕਦਾ ਤੇ ਕਿ ਤੁਸੀਂ ਕਿੱਥੋਂ ਲੈ ਕੇ ਕਿੱਥੋਂ ਤੱਕ ਰਮੇ ਹੋਏ ਜੇ। ਫਿਰ ਇਹਨੂੰ ਸਮਝਿਓ, ਸਤਿਗੁਰੂ ਕਹਿੰਦੇ ਕਿ ਮੈਂ ਤੇਰੇ ਤੋਂ ਕੁਰਬਾਨ ਜਾਨਾ ਹਾਂ, ਤੂੰ ਕਣ ਕਣ ਦੇ ਵਿੱਚ, ਜਰੇ ਜਰੇ ਦੇ ਵਿੱਚ ਰਮਿਆ ਹੋਇਆ ਹੈ, ਹਰੇਕ ਮਿੱਟੀ ਦੇ ਕਣ ਦੇ ਵਿੱਚ। ਪਰ ਇਹ ਵੀ ਸ਼ਬਦ ਮੇਰੇ ਨੇ, ਜੇ ਮੈਂ ਇਹਦਾ ਅੰਤ ਪਾਉਣ ਵਾਲੇ ਪਾਸੇ ਤੁਰਾਂ ਨਾ ਕਿ ਇੰਨੇ ਕੁ ਕਣੇ 'ਚ ਰਮਿਆ ਹੈ, ਇੰਨੇ 'ਚ ਨਹੀਂ, ਸਤਿਗੁਰੂ ਕਹਿੰਦੇ ਉਹ ਨਹੀਂ ਬਿਆਨ ਕੀਤਾ ਜਾਣਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਨਹੀਂ ਪਾਇਆ ਜਾਣਾ, ਤੇਰੀ ਕੁਦਰਤ ਦਾ, ਤੇਰੀ ਬਣਾਈ ਹੋਈ ਕਾਇਨਾਤ ਦਾ ਜਿਹੜਾ ਉਹ ਬਿਲਕੁਲ ਅੰਤ ਨਹੀਂ ਪਾਇਆ ਜਾਣਾ। ਸੋ ਇਹ ਅੱਜ ਦੇ ਸ਼ਲੋਕ ਦੀ ਇਹ ਵਿਚਾਰ ਦਾ ਮੂਲ ਭਾਵ ਹੈ। ਆਰੰਭ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸ਼ਲੋਕ ਮਹੱਲਾ ਪਹਿਲਾ, ਇਹ 12ਵੀਂ ਪੌੜੀ ਦੇ ਨਾਲ ਦਰਜ ਜਿਹੜਾ ਪਹਿਲਾ ਸ਼ਲੋਕ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਇਹਦੀ ਜਿਹੜੀ ਪਹਿਲੀ ਪੰਕਤੀ ਹੈ ਨਾ, ਇਹ ਬਹੁਤ ਗਹਿਰੇ ਅਰਥ ਰੱਖਦੀ ਹੈ। ਇਹਦੇ ਪਹਿਲਾਂ ਅੱਖਰੀ ਅਰਥ ਕਰ ਦਈਏ, ਦੁੱਖ ਦਾਰੂ। ਦੁੱਖ ਅਸੀਂ ਸਮਝਦੇ ਹਾਂ, ਦਾਰੂ ਦਾ ਅਰਥ ਹੈ ਦਵਾਈ। ਸੁਖ ਰੋਗ ਭਇਆ, ਰੋਗ ਦਾ ਅਰਥ ਵੀ ਬਿਮਾਰੀ, ਭਇਆ ਦਾ ਅਰਥ ਹੈ ਪੈਦਾ ਹੋ ਗਿਆ। ਜਾ ਸੁਖ, ਜਦੋਂ ਫਿਰ ਸੁਖ ਪੈਦਾ ਹੋਇਆ। ਤਾਮ ਨਾ ਹੋਈ, ਇੱਥੇ ਤਾਮ ਦਾ ਅਰਥ ਤਾਮਾ ਨਹੀਂ ਕਰਨਾ, ਤਾਮ ਦਾ ਅਰਥ ਹੈ ਤਦੋਂ, ਜਦੋਂ ਅਸਲੀ ਸੁੱਖ ਪੈਦਾ ਹੋ ਗਿਆ ਉਦੋਂ ਕਹਿੰਦੇ ਇਹ ਦੁੱਖ ਜਿਹੜੇ ਉਹ ਰਹਿ ਨਹੀਂ ਜਾਂਦੇ। ਇਹ ਪਹਿਲੀ ਪੰਕਤੀ ਦੇ ਅਰਥ ਨੇ। ਤੇ ਯਾਦ ਰੱਖਿਓ
ਸ੍ਰਿਸ਼ਟੀ ਦੇ ਵਿੱਚ ਸਮੁੱਚੀ ਕਾਇਨਾਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜੇ ਦੁਖੀ ਮਨੁੱਖ ਨੂੰ ਵੇਖੀਏ ਤੇ ਹਰੇਕ ਮਨੁੱਖ ਦੁਖੀ ਹੈ। ਅੰਮ੍ਰਿਤ ਬਾਣੀ ਦਾ ਫੈਸਲਾ ਮੈਂ ਅੱਜ ਦੁੱਖ ਬਾਰੇ ਖਾਸ ਕਰਕੇ ਜ਼ਿਕਰ ਕਰਨਾ ਹੈ। ਅੰਮ੍ਰਿਤ ਬਾਣੀ ਇਹ ਗੱਲ ਕਹਿੰਦੀ ਹੈ, ਕਹਿਣਗੇ ਸੁੱਖ ਇਹ ਦੁੱਖ ਕੀਆਂ ਪੰਡਾ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਤੁਸੀਂ ਕਿਸੇ ਹੱਸਦੇ ਹੋਏ ਚਿਹਰੇ ਨੂੰ ਕਵਾਓ ਨਾ, ਕੋਈ ਮਨੁੱਖ ਬੜਾ ਖੁਸ਼ ਹੈ, ਉਹਨੂੰ ਬੁਲਾ ਕੇ ਪੁੱਛੋਗੇ ਭਲਿਆ ਤੇਰਾ ਜੀਵਨ ਕਿੱਦਾਂ ਦਾ ਹੈ, ਹੋ ਸਕਦਾ ਉਹ ਅੰਦਰੋਂ ਅੰਦਰੀ ਗਮ ਪੀਂਦਾ ਹੋਵੇ, ਅੰਦਰੋਂ ਅੰਦਰੀ ਦੁੱਖਾਂ ਨੂੰ ਨੱਪਦਾ ਹੋਵੇ। ਕਈ ਮਨੁੱਖ ਆਪਣੇ ਦੁੱਖ ਨਹੀਂ ਸਾਂਝੇ ਕਰਦੇ। ਜੇ ਉਹਨੂੰ ਤੁਸੀਂ ਉਹਦੇ ਦੁੱਖ ਫੋਲਣੇ ਨੇ ਤੇ ਬਜਾਏ ਸੁੱਖ ਪੁੱਛਣ ਦੇ ਉਹਦੇ ਨਾਲ ਆਪਣੇ ਦੁੱਖ ਸਾਂਝੇ ਕਰਨੇ ਸ਼ੁਰੂ ਕਰ ਦਿਓ। ਉਹ ਵਿਚਾਰਾ ਜਿੰਨਾ ਕੁ ਦੁਖੀ ਨੱਪਿਆ ਬੈਠਾ ਹੁੰਦਾ, ਉਹ ਕਹਿੰਦਾ ਭਰਾਵਾ ਪੁੱਛ ਨਾ ਤੇਰੇ ਤੋਂ ਵੱਧ ਤੇ ਮੈਂ ਦੁਖੀ, ਆਪਣੀਆਂ ਸਾਰੀਆਂ ਪਰਤਾਂ ਖੋਲ ਕੇ ਅੱਗੇ ਰੱਖ ਦਿੰਦਾ ਹੈ। ਸਤਿਗੁਰੂ ਕਹਿੰਦੇ ਕਿ ਦੁੱਖ ਕੀਆਂ ਪੰਡਾ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਹਰੇਕ ਮਨੁੱਖ ਜਿਹੜਾ, ਇਹ ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਬਚਨ ਹੈ, ਕਹਿਣ ਲੱਗੇ ਇੱਕ ਮਨੁੱਖ ਨਹੀਂ ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ। ਇੱਕ ਨਹੀਂ, ਇੰਦਰ ਵਰਗੇ ਵੀ ਜਿਹੜੇ ਨੇ ਉਹ ਵੀ ਰੋਂਦੇ ਪਏ ਨੇ। ਰਾਮਚੰਦਰ ਵਰਗੇ, ਰਾਵਣ ਵਰਗੇ ਹਰੇਕ ਮਨੁੱਖ ਰੋਂਦਾ ਹੈ। ਤੇ ਸਮਾਪਤੀ ਤੇ ਸਤਿਗੁਰਾਂ ਨੇ ਇੱਕ ਨਤੀਜਾ ਕੱਢ ਦਿੱਤਾ, ਕਹਿਣਗੇ ਬਾਲੀ ਰੋਵੈ ਨਾਹੇ ਭਤਾਰ। ਬਾਲੀ ਦਾ ਅਰਥ ਹੈ ਬਾਲਕਾ, ਬੱਚੀ। ਭਤਾਰ ਕਹਿੰਦੇ ਨੇ ਪਤੀ ਨੂੰ। ਜਦੋਂ ਕਿਸੇ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਪਤਨੀ ਉਹਦੀ ਜਿਹੜੀ ਹੈ ਉਹ ਰੋਂਦੀ ਹੈ। ਸਤਿਗੁਰੂ ਕਹਿਣ ਲੱਗੇ ਅਸਲ 'ਚ ਗੱਲ ਇਹ ਹੈ, ਨਾਨਕ ਦੁਖੀਆ ਸਭ ਸੰਸਾਰ, ਕਹਿੰਦੇ ਸਾਰੇ ਹੀ ਸੰਸਾਰ ਨੂੰ ਕੋਈ ਨਾ ਕੋਈ ਦੁੱਖ ਵਿਆਪਦਾ ਪਿਆ ਹੈ। ਹਰੇਕ ਮਨੁੱਖ ਦੁਖੀ ਹੈ। ਜੇ ਹਰੇਕ ਮਨੁੱਖ ਦੁਖੀ ਹੈ ਤੇ ਇਹ ਮਨ 'ਚ ਸਹਿਜੇ ਸਵਾਲ ਪੈਦਾ ਹੋਵੇਗਾ, ਦੁੱਖ ਫਿਰ ਪੈਦਾ ਕਿੱਥੋਂ ਹੁੰਦੇ ਨੇ? ਜੇ ਹਰੇਕ ਨੂੰ ਇਹ ਦੁੱਖ ਹੈ, ਇਹ ਪੈਦਾ ਕਿੱਥੋਂ ਹੁੰਦੇ ਨੇ? ਮੈਂ ਧੁਰ ਕੀ ਬਾਣੀ ਦੇ ਵਿੱਚੋਂ ਤੇ ਫਿਲਾਸਫੀ 'ਚ ਕੁਝ ਸਾਂਝਾ ਕਰਨਾ ਹੈ। ਅਸਲ ਦੇ ਵਿੱਚ ਜਿਹੜੇ ਦੁੱਖ ਨੇ ਨਾ, ਇਹ ਪਕੜ ਤੋਂ ਪੈਦਾ ਹੁੰਦੇ ਨੇ। ਜਿਹਦੀ ਨਾਲ ਸਾਡੀ ਜਿੰਨੀ ਪਕੜ ਹੋਵੇਗੀ ਨਾ, ਉਨਾ ਸਾਨੂੰ ਉਹਦਾ ਜਿਹੜਾ ਦੁੱਖ ਤੇ ਉਹਦਾ ਸੁੱਖ ਮਹਿਸੂਸ ਹੋਵੇਗਾ। ਇੱਕ ਮਾਂ, ਉਹਦਾ ਬੱਚਾ ਹਜ਼ਾਰਾਂ ਕਿਲੋਮੀਟਰ ਦੂਰ ਉਹਦੇ ਤੋਂ ਬੈਠਾ ਹੈ। ਜੇ ਬੱਚਾ ਖੁਸ਼ ਹੈ, ਬੱਚੇ ਦੀ ਜ਼ਿੰਦਗੀ 'ਚ ਖੁਸ਼ੀ ਹੈ ਤੇ ਮਾਂ ਦੇ ਚਿਹਰੇ ਦੇ ਉੱਤੇ ਸਮਾਈਲ ਰਹੇਗੀ, ਮਾਂ ਜਿਹੜੀ ਹੈ ਉਹ ਖਿੜੀ ਰਹੇਗੀ। ਜੇ ਬੱਚੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ, ਕੰਨ ਦਰਦ ਕਰਦਾ, ਦਾੜ ਪੀੜ ਵੀ ਕਰਦੀ ਕਿਉਂ ਨਾ ਹੋਵੇ, ਤੇ ਮਾਂ ਨੂੰ ਸਾਰੀ ਰਾਤ ਨੀਂਦ ਨਹੀਂ ਪੈਂਦੀ। ਜੇ ਪੁੱਛੀਏ ਕਿ ਤੈਨੂੰ ਨੀਂਦ ਕਿਉਂ ਨਹੀਂ ਪੈਂਦੀ, ਦਾੜ ਤੇ ਉਹਦੀ ਪੀੜ ਕਰਦੀ ਹੈ, ਪਤਾ ਨਹੀਂ ਕਿੰਨਾ ਦੂਰ ਬੈਠਾ, ਕਹਿੰਦੀ ਮੇਰੀਆਂ ਆਂਦਰਾਂ ਨੇ। ਪਕੜ ਹੈ ਨਾ। ਤੇ ਗਵਾਂਢ ਦੇ ਵਿੱਚ ਭਾਵੇਂ ਜੋ ਮਰਜ਼ੀ ਹੋ ਜਾਵੇ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਸਾਡੀ ਜੇ ਕਿਸੇ ਨਾਲ ਪਕੜ ਨਹੀਂ ਹੈ। ਜਿਹਦੇ ਨਾਲ ਤੁਹਾਡਾ ਮੋਹ ਹੈ, ਜਿਹਦੇ ਨਾਲ ਪਕੜ ਹੈ, ਉਹਦਾ ਦੁੱਖ ਤੇ ਉਹਦਾ ਸੁੱਖ ਤੁਹਾਨੂੰ ਜ਼ਰੂਰ ਪ੍ਰਭਾਵਿਤ ਕਰੇਗਾ। ਪਹਿਲੀ ਬੇਨਤੀ, ਦੁੱਖ ਪੈਦਾ ਕਿੱਥੋਂ ਹੁੰਦੇ ਨੇ? ਮੈਂ ਅਰਜ਼ ਕੀਤੀ ਕਿ ਦੁੱਖ ਜਿਹੜੇ ਪਕੜ 'ਚੋਂ ਪੈਦਾ ਹੁੰਦੇ ਨੇ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਕਿ ਦੁੱਖ ਕਿਹੋ ਜਿਹੇ ਨੇ, ਤੇ ਸਤਿਗੁਰਾਂ ਨੇ ਵੈਸੇ ਤੇ ਬੇਅੰਤ ਦੁੱਖਾਂ ਦਾ ਜ਼ਿਕਰ ਕੀਤਾ ਹੈ, ਤੇ ਖਾਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਦੁੱਖ ਗਿਣਾਏ ਨੇ। ਕਹਿੰਦੇ 4 ਤਰ੍ਹਾਂ ਦੇ ਦੁੱਖ ਜਿਹੜੀ ਸਮੁੱਚੀ ਮਾਨਵਤਾ ਨੂੰ ਖਾਂਦੇ ਪਏ ਨੇ। ਉਹ 4 ਦੁੱਖ ਕਿਹੜੇ ਨੇ? ਇਹ ਸਤਿਗੁਰੂ ਕਹਿਣ ਲੱਗੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਸਭ ਤੋਂ ਪ੍ਰਥਮ ਦੁੱਖ ਹੈ ਜੀ ਵਿਛੋੜੇ ਦਾ। ਜਦੋਂ ਨਾਲ ਪਕੜ ਹੋਵੇਗੀ ਨਾ, ਉਹਦਾ ਵਿਛੋੜਾ ਸਹਿਣਾ ਔਖਾ ਹੋਵੇਗਾ। ਜਿਹਨੂੰ ਮੈਂ ਜਾਣਦਾ ਨਹੀਂ, ਜਿਹਦੇ ਨਾਲ ਮੇਰਾ ਮੋਹ ਨਹੀਂ, ਜਿਹਦੇ ਨਾਲ ਪਿਆਰ ਨਹੀਂ, ਜਿਹਦੇ ਨਾਲ ਜਾਣ ਪਛਾਣ ਨਹੀਂ, ਉਹ ਮੇਰੇ ਕੋਲ ਹੈ, ਮੇਰੇ ਤੋਂ ਦੂਰ ਹੈ, ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਜਿਹਦੇ ਨਾਲ ਮੇਰੀ ਪਕੜ ਹੈ ਅੰਦਰ ਦੀ, ਜਿਹਦੇ ਨਾਲ ਮੋਹ ਹੈ, ਪਿਆਰ ਹੈ, ਉਹਦਾ ਵਿਛੋੜਾ ਸਹਿਣਾ ਔਖਾ ਹੋਵੇਗਾ। ਜਿਹੜਾ ਜਿੰਨਾ ਪਿਆਰਾ ਹੋਵੇਗਾ, ਉਹਦਾ ਓਨਾ ਹੀ ਵਿਛੋੜਾ ਸਹਿਣਾ ਜਿਹੜਾ ਉਹ ਜ਼ਿਆਦਾ ਔਖਾ ਹੁੰਦਾ ਹੈ। ਦੁੱਖ ਵਿਛੋੜਾ, ਸਤਿਗੁਰੂ ਕਹਿੰਦੇ ਸਮੁੱਚੀ ਮਾਨਵਤਾ ਨੂੰ ਸਭ ਤੋਂ ਪਹਿਲਾਂ ਜਿਹੜਾ ਦੁੱਖ ਉਹ ਵਿਛੋੜੇ ਦਾ ਖਾਂਦਾ ਪਿਆ ਹੈ। ਇਹ ਬਾਹਰੀ ਤੌਰ ਤੇ ਵੇਖੀਏ ਤੇ ਸਾਨੂੰ ਸੰਸਾਰ ਦੇ ਵਿੱਚ ਹਰ ਕਈਆਂ ਦੇ ਨਾਲ ਮੋਹ ਹੈ, ਸਾਨੂੰ ਬਾਹਰੀ ਤੌਰ ਤੇ ਦੁੱਖ ਖਾਂਦਾ ਹੈ। ਜੇ ਅੰਦਰ ਨੂੰ ਵੇਖੀਏ ਤੇ ਅੰਦਰ ਮਨੁੱਖ ਦੀ ਆਤਮਾ ਪਰਮ ਆਤਮਾ ਤੋਂ ਵਿਛੜੀ ਹੋਈ ਹੈ। ਇਹਨੂੰ ਪਰਮਾਤਮਾ ਤੋਂ ਵਿਛੜਨ ਕਰਕੇ ਇਹ ਦੁੱਖ ਖਾਂਦਾ ਪਿਆ, ਦੁਖੀ ਹੋਈ ਪਈ ਹੈ। ਦੁੱਖ ਵਿਛੋੜਾ। ਇੱਕ ਦੁੱਖ ਭੂਖ। ਭੂਖ ਦਾ ਅਰਥ ਪੇਟ ਦੀ ਭੁੱਖ ਨਹੀਂ, ਭੁੱਖ ਦਾ ਅਰਥ ਹੈ ਤ੍ਰਿਸ਼ਨਾ ਦੀ ਭੁੱਖ। ਪੇਟ ਜਿਹੜਾ ਹੈ ਉਹ 2-4 ਪ੍ਰਸ਼ਾਦਿਆਂ ਦੇ ਨਾਲ ਰੱਜ ਜਾਵੇਗਾ। ਬੰਦਾ ਕਈ ਵਾਰੀ ਕਹਿ ਦਿੰਦਾ ਮੈਂ ਰੱਜ ਚੁੱਕਾ ਹੈ, ਪਰ ਜਿਹਨੂੰ ਤ੍ਰਿਸ਼ਨਾ ਦੀ ਭੁੱਖ ਲੱਗ ਜਾਂਦੀ ਹੈ, ਯਾਦ ਰੱਖਿਓ ਉਹ ਸਾਰੀ ਉਮਰ ਕਮਾਈ ਕਰਦਾ ਮਰ ਜਾਂਦਾ, ਕਦੀ ਤ੍ਰਿਸ਼ਨਾ ਦਾ ਮਾਰਿਆ ਬੰਦਾ ਨਹੀਂ ਰੱਜਦਾ।
सतगुरु कहते ये सब तो वड्डा दुख है। दूसरे नंबर ते जिन्हों तृष्णा की भुख लग जाती है, दुख विछोड़ा, एक दुख भूख, एक दुख सकतवार जमदूत। सकतवार का अर्थ है जोरदार, जिहड़े बड़े तकड़े ने, ताकतवार ने। कहते तीसरा दुख है मनुख की आत्मा नूं जिहड़ा लगदा वो जमा दा है। जो जमा के वस दे विच पैंदा, कईयां नूं पहलां याद आ जांदा, कईयां नूं नहीं याद आउंदा। जमा का बड़ा भैड़ा दुख है। तो चौथे नंबर पर सतगुरां ने दुख आ शरीर का रखिया, कहणगे दुख विछोड़ा, एक दुख भूख, एक दुख सकत वार जमदूत, एक दुख रोग लगे तन धाए। कहंदे एक दुख वो है जिहड़ा साडी बॉडी नूं, जिहड़ा साडे फिजिकल शरीर नूं लगदा पिया। वैद ना भोले दारू लाए हे वैद जी, जिहड़े तुसीं दुख जिहड़े लभदे पए जे ना, ये इन्हां दी दवाई तुहाडे कोल कोई नहीं हैगी। बाहरी दुखां दी भावें होवे, अंदरूनी दुखां दी दवाई कोई नहीं। मैं बेनती करा जिहड़े शरीर के दुख ने ना, ये उहदे विच मनोविग्यान कहिंदी है कि 90% उहदे विच भी मानसिक रोग हुंदे ने। एक दो उदाहरणां दे देना। तुसीं तुरे जांदे जे, अचानक तुहाडे नाल कोई दुर्घटना वापरदी है, किते लत्त बांह ते सੱਟ लग जांदी है। कई वारी सानूं दर्द नहीं हुंदा, खून वगदा जांदा हुंदा है। जिन्ना चिर साडे ध्यान च नहीं आया, साडा ध्यान नहीं गया कि साडी लत्त बांह नूं सੱਟ लगी, उन्ना चिर दुख नहीं है। जदों ध्यान गया, वेख्या गया कि मैनूं सੱਟ लग चुकी है, खून निकलिया, नाल ही उत्थे दर्द होनी शुरू हो जाएगी, क्योंकि दर्द मन महसूस पिया करदा है। इस करके ये 90% जिहड़े दुख ने साडे मन दे ने। अमृत बाणी ने बड़ियां दुखों का जिक्र किया, पर मैं आप बिल्कुल शॉर्ट दे विच रहना है। पहली मैं बेनती की दुख जिहड़ा पकड़ तो पैदा हुंदा है। दूसरी बेनती है दुख जिहड़े गुरु नानक साहब ने खास करके आ 4 तरह के दसे ने। हुण जिथे अज गुरु नानक साहब महाराज जी गल करते हैं, सतगुरु कहते जो दुख मनुख नूं आउंदा है ना, वो फिर दवाई बन जाता है। दुख दारू, मैं अज की विचार वाला वां, कहते दुख आया पर वो दारू बन गया, दवाई बन गया। पर एक गल याद रखियो, दुख भी कदी दवाई बनता है। सुख चंगी चीज़ तो दवाई बनती सुनी है, अमृत तो दवाई बनता सुनिया होवेगा, जहर भी कदी दवाई बन जाता है। चिट्टा दिन तो मनुख नूं सुजाखा करदा है, कदी रात भी चानन दे सकती है। दुख भी सतगुरु कहन लगे कदी मनुख नूं दवाई बना के देंदे ने, कहिंदे हाँ। याद रखियो दुखों की दवाई की उस वेले लोड़ पैंदी है जदों ये सुख रोगां दे विच प्रतीत कर लग पे। सुख रोग भया, हरेक दुख दारू नहीं बनता। वो दुख दारू बनते ने जिहड़े सुख जिहड़े तुहानूं रोग बन के चंबड़ जाते हैं। कई बारी मनुख नूं रब ने इन्ने क सुख दिते हुंदे ने, ये सुखां दे विच इन्ना क ज़्यादा खचित हो गया कि उन्हां सुखां तो हुण जिहड़े ने रोग पैदा होण लग पे। मैं एक इतिहास चो उदाहरण देनी है, बाकी आपां बाद च देखते हैं। गुरु अमरदास महाराज जी के चरणों के विच एक सिख आउंदा, जग्यासू आउंदा है। इहदा नाम है प्रेमा। इनू कोढ़ के रोग ने ग्रसिया होया है। कुछ विद्वान लिखते हैं ये लाहौर का रहने वाला बड़ा धनाड़ मनुख सी। इन्ना क रब ने सुख दिता कि इन्हें हर तरह का सुख जिहड़ा सी वो मानन का यतन किया, हर तरह का जिहड़ा वो सुख भोगन का यतन किया। पर सुख भोगद्या इन्ना क सुख भोग गया कि इहदा शरीर जिहड़ा कोढ़ के रोग के नाल ग्रस्त हो गया। ये कोढ़ जिहड़ा छूत की बीमारी वांगू फैलदा, उहदा पानी जिथों निकलदा है ना फोड़े दे विचों, जिथे जिथे लगदा जांदा वो तां नाल दी नाल गांह गांह फैलदा जांदा। कोढ़ दा रोग इदां दा हुंदा है। शरीर दुखी हो गया, रोगी हो गया। रोग निकलिया कित्थों? सुख दे विचों। अजाशी करदा रहा, ये नशा पता, ये आदक शराब कबाब सारा कुछ खांदा पींदा, उर चों हुण दुख पैदा हो गया। जिस वेले दुख पैदा होया तो सारियां घरदियां ने साथ छड्ड दिता। छूत की बीमारी सी, कौन लागे लगदा? जिहड़ा लागे लगदा उहनूं भी रोग लगदा सी। इहो जिहा मनुख जिथे बैठदा है वो कपड़ियां दे विच भी असर, छूत है ना हर थां दे उत्ते, उन्हें असर करना है बीमारी ने। घरदियां ने असल दे विच साथ छड्ड के घरों कढ दिता। जदों घरों कढिया, दुख इन्ना क आन टपकिया, एक तो रोग आ गया तो दूसरा हुण किसी ने साथ नहीं दिता। जिहड़े यार दोस्त, जिहड़े भैन भरा मित्र दोस्त हत्थी छावां करते सन पैसिਆਂ वेले, अज इहो जी भयानक बीमारी आ गई कि अज कोई इनू 2 टुकड़ रोटी दे भी नहीं देंदा। बड़ा कुरलाया, बड़ा विलकिया। आखिर किसी ने कहा कि तेरी इत्थे कुरलाहट नहीं सुनी। जे किसी दुखी नूं, जे किसी रोगी नूं आराम मिलदा है तो वह गुरु नानक का घर है। इस वेले गुरु नानक की गद्दी धन गुरु अमरदास महाराज जी के कोल गोइंदवाल की धरती, तो उत्थे चलिया जा, तेरा उत्थे इलाज हो जाएगा।
ਇਹਨੂੰ ਜਦੋਂ ਪਤਾ ਲੱਗਾ ਇਹਨੇ ਫਰਿਆਦ ਕਰਨੀ ਜਿੰਨੇ ਵੀ ਲੰਘਣਾ ਕਿ ਮੈਨੂੰ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਲੈ ਜਾਓ। ਕਿਸੇ ਮਨੁੱਖ ਨੇ ਤਰਸ ਕੀਤਾ, ਗੱਡੇ ਤੇ ਲੱਦ ਕੇ ਤੇ ਗੋਇੰਦਵਾਲ ਦੀਆਂ ਗਲੀਆਂ ਦੇ ਵਿੱਚ ਇਹਨੂੰ ਜਿਹੜਾ ਬਿਠਾ ਦਿੱਤਾ। ਹੁਣ ਉੱਥੇ ਗੋਇੰਦਵਾਲ ਦੀਆਂ ਗਲੀਆਂ ਦੇ ਵਿੱਚ ਅੰਦਰ ਸਤਿਗੁਰਾਂ ਦੇ ਦਰਬਾਰ 'ਚ ਜਾਣਾ ਚਾਹੁੰਦਾ, ਸੇਵਾਦਾਰ ਨੇ ਜਾਣ ਨਹੀਂ ਦਿੱਤਾ ਕਿਉਂਕਿ ਛੂਤ ਦੀ ਬਿਮਾਰੀ ਸੀ, ਅੰਦਰ ਫੈਲਣੀ ਹੈ ਬਿਮਾਰੀ। ਕਹਿਣ ਲੱਗੇ ਤੂੰ ਇੱਥੇ ਬੈਠ। ਹੁਣ ਉਹਨੂੰ ਇੱਕ ਗੱਲ ਜਿਹੜੀ ਸੀ ਸਿੱਖਾਂ ਨੇ ਪੱਕੀ ਮਨ 'ਚ ਸਮਝਾ ਦਿੱਤੀ, ਬੇਸ਼ੱਕ ਤੂੰ ਰੋਗੀ ਹੈ ਪਰ ਜਿਹਦੇ ਘਰ ਦੇ ਵਿੱਚ ਆਇਆ ਹੈ ਇੱਥੇ ਹਰੇਕ ਬਿਮਾਰੀ ਦਾ ਇਲਾਜ ਹੈ। ਮੇਰਾ ਵੈਦ ਗੁਰੂ ਗੋਬਿੰਦਾ। ਇੱਕ ਗੱਲ ਯਾਦ ਰੱਖਿਓ, ਮੈਂ ਬੜੀ ਵਾਰੀ ਅਰਜ਼ ਕਰਦਾ ਗੁਰਮੁਖੋ, ਜੇ ਗੁਰੂ ਘਰ ਆਉਂਦੇ ਜੇ ਨਾ ਭਰੋਸਾ ਪੂਰਾ ਬਣ ਕੇ ਲੈ ਕੇ ਆਇਆ ਕਰੋ। ਕੋਈ ਜੀਵਨ ਤੁਹਾਡਾ ਜਿੱਦਾਂ ਦਾ ਮਰਜ਼ੀ ਹੋਵੇ। ਮੈਂ ਪਰਸੋਂ ਵੀ ਅਰਜ਼ ਕੀਤੀ ਸੀ ਜਿਸ ਵੇਲੇ ਜਤੀ ਸਤੀ ਦਾ ਜ਼ਿਕਰ ਆਇਆ ਸੀ, ਸਾਡਾ ਜੀਵਨ ਜਿੱਦਾਂ ਦਾ ਮਰਜ਼ੀ ਹੈ ਪਰ ਭਰੋਸਾ ਇੰਨਾ ਕੁ ਲੈ ਕੇ ਆਇਓ ਕਿ ਮੈਂ ਜੇ ਆਪਣੀ ਬਿਮਾਰੀ ਦਾ, ਜੇ ਆਪਣੇ ਦੁੱਖ ਦਾ ਹੱਲ ਲੱਭਣ ਚੱਲਿਆ ਤਾਂ ਮੈਨੂੰ ਹੱਲ ਜ਼ਰੂਰ ਮਿਲੇਗਾ। ਜਦੋਂ ਅਸੀਂ ਕਰਦੇ ਆ ਨਾ ਤੇਰ ਮੇਰ, ਉਦੋਂ ਸਾਡੀ ਮੁਸ਼ਕਿਲ ਬਣਦੀ ਹੈ। ਪੂਰਨ ਭਰੋਸੇ ਨੂੰ ਫਲ ਲੱਗਦੇ ਨੇ। ਇਹ ਪ੍ਰੇਮਾ, ਇਹ ਕੋੜੀ ਆਇਆ ਚੱਲ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ। ਸੇਵਾਦਾਰ ਨੇ ਕਿਹਾ ਤੂੰ ਅੰਦਰ ਨਹੀਂ ਜਾ ਸਕਦਾ, ਬਾਹਰ ਬੈਠ, ਇੱਥੇ ਤੈਨੂੰ ਕਰਮਾਂ 'ਚ ਹੋਇਆ ਤੇ ਗੁਰੂ ਅਮਰਦਾਸ ਜੀ ਦੇ ਦੀਦਾਰ ਹੋ ਜਾਣਗੇ। ਸੁਭਾਵਕ ਉਸ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਸਾਹਮਣੇ ਦੇ ਆਈ ਨਾ, ਜਿਹੜੇ ਦਰਬਾਰ ਦੇ ਵਿੱਚ ਗਏ ਨਾ, ਮਗਰਲੇ ਦਰਵਾਜ਼ੇ ਥਾਣੀ ਆਏ ਤੇ ਸੰਗਤ ਦੇ ਵਿੱਚ ਜਿਹੜਾ ਸੀ ਦਰਬਾਰ ਸੱਜਿਆ, ਦਰਸ਼ਨ ਦੇ ਕੇ ਤੇ ਮਗਰਲੇ ਦਰਵਾਜ਼ੇ ਥਾਣੀ ਨਿਕਲ ਗਏ। ਸੇਵਾਦਾਰ ਕਹਿੰਦਾ ਬੜੇ ਕਰਮ ਮਾੜੇ ਪਈ ਤੇਰੇ, ਤੈਨੂੰ ਤੇ ਅੱਜ ਵੀ ਗੁਰੂ ਅਮਰਦਾਸ ਦੇ ਦਰਸ਼ਨ ਨਹੀਂ ਹੋਏ। ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਦਿਨ ਗੁਰੂ ਅਮਰਦਾਸ ਦੀ ਮਹਾਰਾਜ ਜੀ ਦੀ ਉਡੀਕ ਦੇ ਵਿੱਚ ਬੈਠਾ ਰਿਹਾ। ਫਿਰ ਇਹਨੂੰ ਬਾਬਾ ਬੁੱਢਾ ਸਾਹਿਬ ਜੀ ਮਿਲੇ, ਬੜਾ ਰੋਇਆ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਘਬਰਾ ਨਾ, ਤੂੰ ਇੱਥੇ ਆ ਗਿਆ, ਇੱਥੇ ਤੈਨੂੰ ਦਵਾ ਵੀ ਮਿਲੇਗੀ ਤੇ ਦੁਆ ਵੀ ਮਿਲੇਗੀ। ਤੇ ਇਤਿਹਾਸ ਲਿਖਦਾ, ਇਹਨੂੰ ਅਸੀਂ ਪ੍ਰਵਾਨ ਕਰੀਏ ਜੀ, ਇਹਨੇ ਸੰਗਤ ਦੇ ਚਰਨਾਂ ਦੀ ਧੂੜੀ ਫੜ ਕੇ ਆਪਣੇ ਮੱਥੇ ਨੂੰ ਲਾਉਣੀ, ਜ਼ਖਮ ਨੂੰ ਲਾਉਣੀ, ਤੇ ਕਿਸੇ ਨੇ ਫੜ ਕੇ ਬੌਲੀ ਦੇ ਵਿੱਚੋਂ ਜਲ ਲਿਆ ਦੇਣਾ, ਇਹਨੇ ਇਸ਼ਨਾਨ ਕਰ ਲੈਣਾ। ਬਾਣੀ ਕਦੀ ਕਿਸੇ ਸਿੱਖ ਨੇ ਇੱਕ ਤੁਕ ਸੁਣਾ ਦੇਣੀ, ਕਿਸੇ ਨੇ ਦੂਸਰੀ ਸੁਣਾ ਦੇਣੀ, ਸੁਣਦਿਆਂ ਸੁਣਦਿਆਂ ਇਹਨੇ ਬਾਣੀ ਕੰਠ ਕਰ ਲਈ। ਹੁਣ ਬਾਣੀ ਪੜ੍ਹਦਾ ਜਾ ਰਿਹਾ, ਵਿਸ਼ਵਾਸ ਵੱਜ ਗਿਆ ਨਾ, ਵਿਸ਼ਵਾਸ ਵੱਜ ਚੁੱਕਾ ਹੈ, ਮੇਰਾ ਇਲਾਜ ਹੋ ਜਾਏਗਾ। ਜਦੋਂ ਵਿਸ਼ਵਾਸ ਵੱਜ ਜਾਂਦਾ, ਅੱਧਾ ਬੰਦਾ ਮਾਨਸਿਕ ਤੌਰ ਤੇ ਉੱਦਾਂ ਹੀ ਰਾਜੀ ਹੋ ਜਾਂਦਾ, ਪਤਾ ਮੈਂ ਠੀਕ ਹੋ ਜਾਣਾ ਇੱਕ ਦਿਨ ਨੂੰ। ਹੁਣ ਇਹ ਗੋਇੰਦਵਾਲ ਦੇ ਉੱਥੇ ਗਲੀਆਂ ਦੇ ਵਿੱਚ ਗਾਉਂਦਾ ਫਿਰਦਾ, ਗਿਆ ਕਛੋਟਾ ਲੱਦਾ ਫੇਰ, ਭਾਵ ਜਿਹੜਾ ਮੇਰਾ ਸਰੀਰ ਰੋਗੀ ਸੀ ਨਾ, ਉਹ ਜਿਹੜਾ ਗਵਾਚਿਆ ਹੋਇਆ ਸੀ ਸਰੀਰ ਤੰਦਰੁਸਤੀ, ਉਹ ਵਾਪਸ ਆਵੇਗੀ। ਇਸ਼ਨਾਨ ਕਰਦਿਆਂ ਕਰਦਿਆਂ ਗੁਰੂ ਘਰ ਰਹਿੰਦਿਆਂ ਰਹਿੰਦਿਆਂ ਇੱਕ ਦਿਨ ਇਹਦਾ ਕੋੜ ਹਟਦਾ ਗਿਆ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਇਹਦਾ ਕੋੜ ਠੀਕ ਹੁੰਦਾ ਹੋ ਗਿਆ, ਬਿਲਕੁਲ ਨਵਾਂ ਨਰੋਆ ਹੋ ਗਿਆ। ਜਿਸ ਵੇਲੇ ਕੋੜ ਠੀਕ ਹੋਇਆ, ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਬਾਹਰ ਆਏ, ਆਣ ਕੇ ਸੇਵਕਾਂ ਨੂੰ ਕਹਿਣ ਲੱਗੇ ਇਹਦੇ ਉੱਤੇ ਸਾਫ਼ ਬਸਤਰ ਪਾਓ, ਬੌਲੀ ਤੋਂ ਇਸ਼ਨਾਨ ਕਰਾ ਕੇ ਇਹਨੂੰ ਜਿਹੜਾ ਦਰਬਾਰ ਦੇ ਵਿੱਚ ਹਾਜ਼ਰ ਕਰੋ। ਕਈ ਦਿਨ ਬਾਹਰ ਨਿਕਲ ਗਏ, ਬਾਣੀ ਪੜ੍ਹਦਿਆਂ, ਧੂੜ ਮਲਦਿਆਂ ਨੂੰ, ਜਲ ਨਾਲ ਇਸ਼ਨਾਨ ਕਰਦਿਆਂ ਨੂੰ। ਆਖਰ ਦਵਾ ਬੂਟੀ ਵੀ ਉੱਥੇ ਕੀਤੀ, ਉਹਦਾ ਰੋਗ ਜਾ ਚੁੱਕਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗਿਆ, ਜਿਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗਿਆ, ਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਹੁਣ ਆਪਣੇ ਤਨ ਤੋਂ ਬਸਤਰ ਲਾ ਕੇ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰ ਲਾ ਵੀ ਕਿਤੇ ਰੋਗ ਰਹਿਤ ਨਹੀਂ ਗਿਆ ਕੋੜ ਦਾ। ਤਨ ਵੇਖਦਾ ਬਿਲਕੁਲ ਨਵਾਂ ਨਰੋਆ ਹੋ ਚੁੱਕਾ ਹੈ। ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਟੱਠ ਪਿਆ, ਕਹਿਣ ਲੱਗਾ ਪਾਤਸ਼ਾਹ ਮੇਰਾ ਆਪਣੇ ਨੇ ਸਾਥ ਛੱਡ ਦਿੱਤਾ ਸੀ, ਜਿਨ੍ਹਾਂ ਦੇ ਉੱਤੇ ਮੈਂ ਮਾਣ ਕਰਦਾ ਸਾਂ ਨਾ, ਭੈਣ ਭਰਾ ਰਿਸ਼ਤੇਦਾਰ, ਉਹਨਾਂ ਨੇ ਮੈਨੂੰ ਕੱਢ ਦਿੱਤਾ ਸੀ। ਇਹ ਹੁਣ ਮੇਰਾ ਸਾਰਾ ਕੁਝ ਤੂੰ ਹੈ, ਤੂੰ ਮੈਨੂੰ ਬਖਸ਼ਿਆ। ਮੈਂ ਬੇਨਤੀ ਕਰਾਂ ਗੁਰਮੁਖੋ, ਜਦੋਂ ਦੁੱਖ ਆਉਂਦਾ ਹੈ ਨਾ, ਮੈਂ ਬੜੀ ਵਾਰੀ ਅਰਜ਼ ਕਰਦਾ ਨਾ, ਸਤਿਗੁਰੂ ਇੱਥੇ ਕਹਿ ਰਹੇ ਨੇ ਦਵਾਈ ਬਣਿਆ ਮੇਰੇ ਵਾਸਤੇ, ਤੇ ਸਤਿਗੁਰੂ ਜੀ ਇਹ ਤਾਈਓ ਦਵਾਈ ਦੱਸ ਰਹੇ ਨੇ, ਇਹ ਲੋੜ ਹੈ ਸਾਨੂੰ ਦੁੱਖਾਂ ਦੀ। ਜਦੋਂ ਸੁੱਖ ਆਉਂਦਾ ਸਾਨੂੰ ਗੁਰੂ ਭੁੱਲ ਜਾਂਦਾ ਹੈ, ਸਾਨੂੰ ਆਪਣੇ ਭੈਣ ਭਰਾ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਯਾਰ ਦੋਸਤ ਚੇਤੇ ਰਹਿੰਦੇ ਨੇ, ਗੁਰੂ ਚੇਤੇ ਨਹੀਂ ਰਹਿੰਦਾ। ਦੁੱਖ ਦੇ ਵਿੱਚ ਰੱਬ ਚੇਤੇ ਆਉਂਦਾ। ਕਹਿਣ ਲੱਗਾ ਮੇਰਾ ਸਾਰਿਆਂ ਨੇ ਸਾਥ ਛੱਡ ਦਿੱਤਾ। ਆਖਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਸ ਵੇਲੇ ਚਰਨਾਂ ਦੇ ਵਿੱਚ ਢੱਠਾ, ਗੁਰੂ ਅਮਰਦਾਸ ਮਹਾਰਾਜ ਜੀ ਨੇ ਸੀਨੇ ਦੇ ਨਾਲ ਆਇਆ, ਕਹਿੰਦੇ ਗੁਰੂ ਨਾਨਕ ਦੇ ਘਰ ਆ ਗਿਆ ਹੈ, ਹੁਣ ਤੇਰਾ ਘਰ ਗੁਰੂ ਨਾਨਕ ਦਾ ਘਰ ਬਣ ਕੇ ਰਹਿ ਜਾਏਗਾ। ਫਿਰ ਇੱਥੇ ਸਤਿਗੁਰਾਂ ਨੇ ਇੱਕ ਜਿਹੜੀ ਸੀ ਸੰਗਤ ਦੇ ਵਿੱਚ ਅਨਾਉਂਸਮੈਂਟ ਕੀਤੀ, ਕਹਿਣ ਲੱਗੇ ਕਿ ਪ੍ਰੇਮੇ ਵਾਸਤੇ ਜਿਹੜਾ ਹੈ ਸਾਨੂੰ ਯੋਗ ਲੜਕੀ ਦੀ ਲੋੜ ਹੈ, ਅਸੀਂ ਇਹਦਾ ਆਨੰਦ ਕਾਰਜ ਕਰਾਂਗੇ। ਹੁਣ ਜਿਹੜਾ ਕੋੜ ਦੇ ਨਾਲ ਜਿਹੜਾ ਗ੍ਰਸਤ ਸੀ ਉਹ ਆਇਆ, ਅੱਜ ਰਾਜੀ ਹੋ ਗਿਆ। ਜਦੋਂ ਗੁਰੂ ਘਰ ਦਾ ਹੋ ਕੇ ਰਹਿ ਗਿਆ ਨਾ, ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਇਹਦਾ ਅਸੀਂ ਵਿਆਹ ਕਰਨਾ, ਇਹਦੇ ਵਾਸਤੇ ਲੜਕੀ ਦੀ ਲੋੜ ਹੈ। ਤੇ ਭਾਈ ਸ਼ੀਹਾ ਖੜਾ ਹੋਇਆ, ਕਹਿਣ ਲੱਗਾ ਪਾਤਸ਼ਾਹ ਮੇਰੀ ਬੱਚੀ ਜਵਾਨ ਹੈ,
जे तुसी कहिंदे जे तो मैं अपनी धी का जिहड़ा रिश्ता इहदे नाल करन नूं मंजूर करदा हाँ। गुरु अमरदास कहन लगे चल ठीक है। इहदी जिहड़ी पत्नी सी भाई शीहे दी वो लंगर दे विच रोटियां पका रही सी, आटा गुन्न रही सी, हाथों दे लिबड़े, सुभाਅ थोड़ा जिहा कब्बा सी उहदा, गुस्से वाला। किसी ने जाके दस दिता, संगत च हर तरह के बंदे हुंदे ने, कहन लगे बीबा तू इत्थे आटा गुन्नी जानी है। उधर गुरु अमरदास महाराज जी ने तेरी बच्ची का रिश्ता जिहड़ा है वो एक कोड़ी दे नाल कर दिता, क्योंकि समाज कदी भी साडे औगा नहीं जे बख्शदा, इनू याद रखियो, समाज कदी नहीं बख्शदा। तू इत्थे आटा गुन्नदी पई है, ये तेरी बच्ची का रिश्ता जिहड़ा कोड़ी दे नाल कर दिता है। ये हाथ लिबड़े बस उदा ही भज्जी आई गुरु अमरदास महाराज जी दे कोल आण के कब्बा सुभाਅ से कह लगी सतगुरु जीओ असी तुहाडे सिख हाँ, मनदे असी तुहाडे सिख हाँ, पर मेरी बच्ची चंगी भली है, तुसी कोड़ी दे लड़ ला के रख दिती। जे असी सिख ते इहदा भाव ये नहीं जिहदे नाल मर्जी रिश्ता कर दिओ, घट्टो घट इहदा जीवन ते वेख लैंदे, इहदा माँ बाप ते वेख लैंदे, घर घराना ते वेख लैंदे किहड़ा सी। भाई प्रेमा रो पिया, एक दुख सी, एक अपनियां ने साथ छड्डिया, हुण बोली वज गई भी इहदा है भी कोई नहीं, इहदा घर घराना कीता की है। गुरु अमरदास महाराज जी ने फिर इनू हौसला दिता, कह लगे प्रेमे रो ना। सतगुरु कह लगे बीबा जे तू पुछदी है ना इहदा माँ प्यो कौन है, एक गल याद रखी, इहदी माँ भी गुरु अमरदास है तो इहदा बाप भी गुरु अमरदास है, इहदा घर भी गुरु अमरदास है, इहदा बाहर भी गुरु अमरदास है। जे तू बच्ची का रिश्ता मेरी झोली दे विच पाउनी है, मैं इहदा माँ बाप खलोता तो रिश्ता मंजूर कर ला। उहदे कोल रिहा ना कहन लगी दाता जी जे तुसी इहदे माँ बाप बनदे जे तो मैं अपनी बच्ची का रिश्ता इनू देनी है। सतगुरु कह लगे ये हुण प्रेमा कोड़ी नहीं रहा, ये तो मुरारी बन चुका, बड़ा सुंदर निकल आया है। इहदी बच्ची का नाम सी मत्थो, जिस इहदा आनंद कारज कर दिता गया, सतगुरां ने नाम दिता इनू मुरारी। जिस वेले 22 मंजियां थापियां ना प्रचारकां दियां, सब तो पहली मंजी जिहड़ी सी मत्थो मुरारी दंपति जोड़ी नूं दित्ती सी मेरे सतगुरां ने। ये 22 मंजियां चों 2 मंजियां इहो जिहियां ने, ये जड़ियाँ हसबैंड वाइफ नूं ये दंपति जोड़ी नूं मिलियां होईयां ने। पहली मंजी इस मत्थो मुरारी नूं मिली सी। सतगुरां ने इहदी भाई शीहे दी घरवाली नूं कहा सी, कहन लगे तू इनू इउं जापदा है मेरी बच्ची कोड़ी दे लड़ लगी है। कहन लगे ये कोड़ी नहीं, ये जिथे इहदे तन दा प्रेमे दे तन दा कोड़ दा इलाज होया है ना, याद रखी तेरी बच्ची भी इहो जिहे गुरु नानक दे घर दा प्रचार करेगी, ये लोकां दे हुण मन दा कोड़ दूर करिया करे। आखिर गुरु घर दे विच सरीरक इलाज भी हुंदे, जिन्हों तन नूं कोई ना कोई बीमारी लगी है। सतगुरु कहते दुख दारू सुख रोग पया। दारू उदों दुख बनया जो तू सुख इन्ने क हंडा ले कि सुखां दे विचों जिहड़ी सी वो रोग बन के तेरे सामने आ गए, सुख तेनों रोग बन के चंबड़ गए। अगे टुट्टे जे घर दे विच रहिंदा सा, छत मींह पैंदी सी ते चुंदी सी, मंजी भी टुट्टी हुंदी सी, पर अमृत वेले 4 वजे उठ के कहना सा चल घड़ी बाणी पढ़ लईए। बड़े तुहानूं इहो जिहे सिख मिलणगे ये जदों घर च गरीबी उदों नाम जपते ने, नाम जपिया बाणी पढ़ी, अज इन्नी कमाया आ गई, घर च लेंटर पै गए, कोठियां पै गई, एसी लग के हुण 10-10 वजे तक सुत्ता ही नहीं उठता, कहंदा हुण टाइम ही नहीं हैगा उठण दा, हुण गुरुद्वारे जाके भी की करना। याद रखियो जिस वेले अमृत बाणी का फैसला खसम विसार कीए रस भोग तां तन उठ खलोए रोग। जिस वेले रब नूं भुल जाओगे सुखां दे विच वो सुख तुहाडे वास्ते रोग बन जाणगे। तो जो मनुख दुखी हो के गुरु के घर दे विच आउंदा है ना, वो सरीरक दुख होना मानसिक दुख होना, वो दुखों नूं गुरु हरदा है। एक उदाहरण मैं तुहानूं होर देनी है इतिहास दे विचों, एक चलो फिजिकल तौर पर दे दित्ती सरीरक दुख दी, एक मानसिक दुख दी दे देवां। धन गुरु रामदास महाराज जी का जिस वेले असीं जीवन पढ़ते हैं तो याद रखियो बचपन दे विच इन्हां दी जिहड़ी है वो माता चढ़ाई कर जांदे ने। समा पिया 2 साल दे ने माँ चढ़ाई करते हैं, 7 साल की आर भलाई तो पिता चढ़ाई कर गए। इन्हां दे कोल 2 छोटे भैन भरा बचते हैं, मगर गुरु रामदास महाराज समेत ये एक आप ने, एक छोटी भैन तो एक भरा है। उन्हां दा इतिहास ने बहुता जिक्र नहीं किया। छोटे भैन भरा बचते हैं, आखिर किसी चाचे ने, किसी ताए ने, किसी रिश्तेदार ने लाहौर दे ने सांभिया ना, मुसीबत आन पई, नानी बासरकिया तो गई, जाके अपने दोते ते दोती नूं लैके बासरके आ गई। इत्थों ये गुरु अमरदास महाराज जी दे लड़ लगते हैं तो गोइंदवाल की धरती ते सेवा करते हैं। मैं साखी नहीं सुनाउणी, केवल तो केवल हिंट देना है। याद रखियो इहो जी सेवा की
ਜਿਹਨੂੰ ਲੋਕ ਕਹਿੰਦੇ ਸਨ ਕਿ ਜੇਠਾ ਅਨਾਥ ਹੈ, ਅੱਜ ਉਹ ਪਤਾ ਨਹੀਂ ਕਿੰਨਿਆਂ ਦਾ ਨਾਥ ਬਣਿਆ ਫਿਰਦਾ ਹੈ। ਜਿਹਨੂੰ ਲੋਕ ਕਹਿੰਦੇ ਸਨ ਇਹ ਭੁੱਖਾ, ਇਹਨੂੰ ਰੋਟੀ ਕੌਣ ਦੇਵੇਗਾ, ਅੱਜ ਉਸ ਗੁਰੂ ਰਾਮਦਾਸ ਦੇ ਘਰ ਦੇ ਵਿੱਚੋਂ ਪਤਾ ਨਹੀਂ ਕਿੰਨੇ ਲੋਕ ਰੋਜ਼ਾਨਾ ਪ੍ਰਸ਼ਾਦਾ ਪਏ ਛਕਦੇ ਨੇ। ਜਿਹੜੇ ਕਹਿੰਦੇ ਸਨ ਕਿ ਇਹ ਭਾਈ ਜੇਠਾ ਜਿਹੜਾ ਹੈ ਉਹ ਯਤੀਮ ਹੈ, ਅੱਜ ਪਤਾ ਨਹੀਂ ਕਿੰਨਿਆਂ ਕਿ ਯਤੀਮਾਂ ਦੀ ਬਾਂਹ ਫੜਨ ਵਾਲਾ ਗੁਰੂ ਰਾਮਦਾਸ ਹੈ। ਸ਼ਾਇਦ ਜੇ ਕਿਤੇ ਇਹ ਦੁੱਖ ਨਾ ਆਉਂਦਾ ਸਰੀਰ ਦੇ ਉੱਤੇ, ਕਿਤੇ ਮਾਨਸਿਕ ਤੌਰ ਦੇ ਉੱਤੇ ਮਾਂ-ਬਾਪ ਸਾਥ ਨਾ ਛੱਡਦੇ, ਤੇ ਭਾਈ ਜੇਠੇ ਦੀ ਇੰਨੀ ਘਾਲ ਕਮਾਈ ਕਰਕੇ ਅੱਜ ਛੱਤਰ ਨਾ ਝੁਲਦਾ ਹੁੰਦਾ। ਦੁੱਖ ਮਨੁੱਖ ਦੇ ਵਾਸਤੇ ਕਈ ਵਾਰੀ ਦਵਾਈ ਬਣ ਕੇ ਆ ਜਾਂਦਾ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ, ਦੁੱਖ ਦਾਰੂ ਸੁੱਖ ਰੋਗ ਪਿਆ। ਮੈਂ ਕੇਵਲ ਅੱਧੀ ਪੰਕਤੀ ਵਿਚਾਰਿਆ, ਜਦੋਂ ਸਾਡੇ ਸੁੱਖ ਰੋਗ ਬਣ ਜਾਣਗੇ ਨਾ, ਤੇ ਯਾਦ ਰੱਖਿਓ ਫਿਰ ਉਦੋਂ ਪਰਮਾਤਮਾ, ਇੱਕ ਕੁਦਰਤ ਦਾ ਨਿਯਮ ਹੈ, ਜੇ ਉਹਨੇ ਦਿਨ ਚਾੜਿਆ ਤੇ ਉਹਨੇ ਰਾਤ ਵੀ ਪਾਉਣੀ ਹੈ। ਜੇ ਉਹਨੇ ਗਰੀਬੀ ਦਿੱਤੀ ਹੈ ਤੇ ਉਹਨੇ ਅਮੀਰੀ ਵੀ ਦੇਣੀ ਹੈ, ਜੇ ਅਮੀਰੀ ਦਿੱਤੀ ਹੈ ਤੇ ਉਹਨੇ ਗਰੀਬੀ ਵੀ ਦੇਣੀ ਹੈ। ਅਕਬਰ ਨੇ ਇੱਕ ਵਾਰ ਬੀਰਬਲ ਨੂੰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਬੀਰਬਲ, ਮੇਰੇ ਦਰਬਾਰ ਦੇ ਵਿੱਚ ਕੁਝ ਫੱਟੀ ਤੇ ਇਹੋ ਜਿਹਾ ਲਿਖ ਕੇ ਟੰਗ ਦੇ, ਮੈਂ ਜਿਹੋ ਜਿਹੇ ਸਮੇਂ ਦੇ ਵਿੱਚ ਵੀ ਹੋਵਾਂ ਤੇ ਮੇਰੇ ਚਿਹਰੇ ਦੇ ਉੱਤੇ ਖੁਸ਼ੀ ਆ ਜੇ। ਜੇ ਖੁਸ਼ੀ ਦੇ ਸਮੇਂ ਦੇ ਵਿੱਚ ਹੋਵਾਂ ਤੇ ਗਮੀ ਆ ਜੇ, ਗਮੀ ਦੇ ਵਿੱਚ ਹੋਵਾਂ ਤੇ ਖੁਸ਼ੀ ਆ ਜੇ। ਆਮ ਤੁਸੀਂ ਚੁਟਕਲੇ ਵੀ ਇਹਦੇ ਸੁਣੇ ਨੇ। ਉਹਨੇ ਲਿਖ ਕੇ ਦਿੱਤਾ ਸੀ ਕਿ ਇਹ ਸਮਾਂ ਕਦੀ ਨਹੀਂ ਰਹੇਗਾ। ਯਾਦ ਰੱਖਿਓ, ਜੇ ਤੁਹਾਡੇ ਤੇ ਅੱਜ ਚੰਗੇ ਦਿਨ ਨੇ, ਰੱਬ ਨੂੰ ਨਾ ਭੁੱਲੋ, ਪਤਾ ਨਹੀਂ ਕਿਹੜੇ ਵੇਲੇ ਦਿਨ ਮਾੜੇ ਆ ਜਾਣੇ। ਜੇ ਚੰਗੇ ਆਏ ਨੇ ਤੇ ਮਾੜੇ ਵੀ ਆਉਣਗੇ, ਜੇ ਮਾੜੇ ਆਏ ਨੇ ਤੇ ਚੰਗੇ ਆਉਣਗੇ। ਜੇ ਦਿਨ ਆ ਨਹੀਂ ਨਾ ਰਹੇ ਤੇ ਦਿਨ ਦੂਸਰੇ ਵੀ ਨਹੀਂ ਰਹਿਣੇ ਮਗਰ। ਇੱਕ ਗੱਲ ਯਾਦ ਰੱਖਿਓ। ਪਰ ਮਨੁੱਖ ਕੀ ਕਰਦਾ, ਜਦੋਂ ਸੁੱਖ ਆਉਂਦਾ ਹੈ ਨਾ, ਇਹ ਸੁੱਖ ਦੇ ਵਿੱਚ ਆਪਾ ਭੁੱਲ ਜਾਂਦਾ। ਤੁਸੀਂ ਸੁੱਖ ਦੇ ਵਿੱਚ ਰੱਬ ਦਾ ਚਿੰਤਨ ਕਰਦੇ ਆ ਕਦੀ ਕਿਸੇ ਨੂੰ ਨਹੀਂ ਦੇਖੋਗੇ, ਦੁੱਖ ਦੇ ਵਿੱਚ ਚਿੰਤਨ ਕਰਦੇ ਨੇ। ਹਾਂ, ਦੋ ਹਾਲਾਤ ਨੇ, ਦੋ ਹਾਲਾਤਾਂ 'ਚ ਮਨੁੱਖ ਰੱਬ ਨੂੰ ਨਹੀਂ ਚੇਤਾ ਕਰ ਸਕਦਾ। ਬਹੁਤ ਜ਼ਿਆਦਾ ਸੁੱਖ ਆ ਜਾਵੇ ਰੱਬ ਨੂੰ ਤਾਂ ਵੀ ਅਸੀਂ ਭੁੱਲ ਜਾਂਦੇ ਹਾਂ, ਬਹੁਤ ਜ਼ਿਆਦਾ ਦੁੱਖ ਆ ਜਾਵੇ ਰੱਬ ਨੂੰ ਮਨੁੱਖ ਤਾਂ ਵੀ ਭੁੱਲ ਜਾਂਦਾ ਹੈ। ਬਹੁਤ ਜ਼ਿਆਦਾ ਸੁੱਖ ਆ ਗਿਆ, ਹੁਣ ਪਾਰਟੀ ਹੋ ਰਹੀ ਹੈ, ਕਲੱਬਾਂ ਦੇ ਵਿੱਚ ਹੋ ਰਹੀ ਹੈ, ਗੁਰੂ ਚੇਤੇ ਨਹੀਂ ਆਇਆ। ਬਹੁਤ ਜ਼ਿਆਦਾ ਦੁੱਖ ਆ ਗਿਆ, ਦੁੱਖ ਨੇ ਇੰਨਾ ਕੁ ਲੱਕ ਤੋੜ ਦਿੱਤਾ ਤੇ ਮਨੁੱਖ ਦੇ ਕੋਲੋਂ ਨਾਮ ਤਾਂ ਵੀ ਨਹੀਂ ਜਪਿਆ ਜਾਂਦਾ। ਗੁਟਕਾ ਵੀ ਫੜਦਾ ਤੇ ਅੱਖਾਂ ਦੇ ਵਿੱਚੋਂ ਪਾਣੀ ਹੀ ਵਹਿੰਦਾ ਤੁਰਦਾ। ਸਤਿਗੁਰੂ ਕਹਿੰਦੇ ਜਿਸ ਵੇਲੇ ਤੇਰੇ ਸੁੱਖ ਰੋਗ ਬਣ ਗਏ ਨਾ, ਉਸ ਵੇਲੇ ਜਿਹੜਾ ਇਹ ਯਾਦ ਰੱਖੀ, ਉਹ ਤੈਨੂੰ ਦੁੱਖ ਪਰਮਾਤਮਾ ਦੀ ਦਾਤ ਬਣ ਕੇ ਤੇਰੇ ਕੋਲ ਦਵਾਈ ਬਣ ਕੇ ਆਉਣਗੇ। ਤੇ ਮੈਂ ਇੱਕ ਬੇਨਤੀ ਕਰਾਂ, ਜਿਹੜੀ ਗੱਲ ਕਹਿ ਰਿਹਾ ਸੀ ਗੁਰਮੁਖੋ, ਜਦੋਂ ਸੁੱਖ ਆਉਂਦਾ ਕਦੀ ਰੱਬ ਨੂੰ ਨਾ ਭੁੱਲੋ। ਸਿਆਣੇ ਤੇ ਕਹਿੰਦੇ ਨੇ ਇਹ ਲੋੜ ਪੈਣ ਤੇ ਗਲੀ ਦੇ ਕੱਖਾਂ ਦੀ ਲੋੜ ਪੈ ਜਾਂਦੀ ਹੈ ਜਦੋਂ ਸਮਾਂ ਆਉਂਦਾ ਹੈ ਨਾ। ਇਹ ਉਦਾਹਰਨ ਪਤਾ ਕਿੱਥੇ ਢੁਕਦੀ ਹੈ? ਹੁਣ ਤੇ ਚਲੋ ਸਾਡੀਆਂ ਧੀਆਂ ਭੈਣਾਂ ਚੁੱਲ੍ਹਾ ਨਹੀਂ ਬਾਲਦੀਆਂ, ਜਦੋਂ ਮਾਈਆਂ ਚੁੱਲ੍ਹਾ ਬਾਲਦੀਆਂ ਸਨ ਨਾ, ਉਦੋਂ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ ਹੁੰਦੀ, ਗੋਇਆਂ ਨੂੰ ਅੱਗ ਨਹੀਂ ਲੱਗਦੀ। ਉਦੋਂ ਕੱਖ ਇਕੱਠੇ ਕਰਕੇ ਪਹਿਲਾਂ ਡਾਉਣੇ ਪੈਂਦੇ ਨੇ, ਕੱਖਾਂ ਨੂੰ ਅੱਗ ਲੱਗਦੀ, ਅੱਗ ਤਾਂ ਫੜਦੀ ਹੈ। ਪਤਾ ਨਹੀਂ ਕਿੱਥੇ ਤੁਹਾਨੂੰ ਕਿਸੇ ਮਾੜੇ ਬੰਦੇ ਦੀ ਲੋੜ ਪੈ ਜਾਣੀ ਹੈ। ਜੇ ਸੁੱਖ ਆਇਆ ਹੈ, ਆਪਾ ਕਦੀ ਨਾ ਭੁੱਲੋ। ਜਦੋਂ ਮਨੁੱਖ ਆਪਾ ਭੁੱਲ ਜਾਂਦਾ ਹੈ, ਰੱਬ ਨੇ ਸੁੱਖ ਦਿੱਤਾ, ਇੰਨਾ ਕੁਝ ਖਾ ਗਿਆ, ਹੁਣ ਉਸੇ ਸੁੱਖ ਤੋਂ ਬਿਮਾਰੀ ਪੈਦਾ ਹੋ ਗਈ। ਡਾਕਟਰ ਕਹਿੰਦਾ ਜੇ ਵੱਧ ਖਾਏਗਾ ਤੇ ਤੇਰੇ ਵਾਸਤੇ ਇਹ ਜ਼ਹਿਰ ਹੈ। ਅੱਜ ਬਹੁਤ ਨਾਮੁਰਾਦ ਇਹੋ ਜਿਹੀਆਂ ਬਿਮਾਰੀਆਂ ਨੇ, ਮਨੁੱਖ ਕੁਝ ਖਾ ਨਹੀਂ ਸਕਦਾ। ਬਹੁਤ ਜ਼ਿਆਦਾ ਸੁੱਖ ਆ ਗਿਆ, ਏਸੀ ਦੇ ਵਿੱਚ ਦਿਨੇ ਵੀ ਏਸੀ 'ਚ, ਰਾਤ ਵੀ ਏਸੀ ਦੇ ਵਿੱਚ, ਹੁਣ ਗੋਡੇ ਲੈ ਕੇ ਬੈਠਾ ਰਹਿੰਦਾ, ਕਿਤੇ ਹਿੱਲਿਆ ਕੋਈ ਨਹੀਂ ਜਾਂਦਾ। ਸੁੱਖ ਆ ਗਿਆ, ਰੋਗ ਬਣ ਕੇ ਬੈਠ ਗਿਆ। ਮਾਇਆ ਆ ਗਈ, ਬਹੁਤ ਸੁੱਖ ਆ ਗਿਆ, ਰੱਬ ਨੂੰ ਭੁੱਲ ਬੈਠਾ। ਪਰ ਹੁਣ ਘਰ ਦੇ ਵਿੱਚ ਸ਼ਰਾਬ ਆ ਗਈ, ਨਸ਼ੇ ਆ ਗਏ। ਜਿਸ ਸੁੱਖ ਦੇ ਵਿੱਚੋਂ ਬੱਚਿਆਂ ਨੇ ਸਹੀ ਨਿਕਲਣਾ ਸੀ, ਉਸੇ ਜੇ ਆਪ ਨਸ਼ੇ 'ਚ ਡੁੱਬ ਗਏ, ਹੁਣ ਬੱਚੇ ਨਸ਼ਿਆਂ ਦੇ ਵਿੱਚ ਡੁੱਬ ਗਏ ਨੇ, ਰੋਗ ਬਣ ਕੇ ਆ ਗਿਆ। ਕੋਈ ਵੀ ਚੀਜ਼ ਹੈ ਜਿੱਥੋਂ ਤੁਹਾਨੂੰ ਪਰਮਾਤਮਾ ਭੁੱਲੇਗਾ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਉਹ ਰੋਗ ਬਣ ਜਾਂਦਾ। ਮੈਂ ਇੱਥੋਂ ਪਾਏ ਦਾ ਆਪਾਂ ਕਥਾ ਸ਼ੁਰੂ ਕਰਾਂਗੇ। ਸੁੱਖ ਰੋਗ ਭਇਆ, ਜਦੋਂ ਸੁੱਖ ਸਾਡੇ ਰੋਗ ਬਣ ਜਾਂਦੇ ਨੇ, ਫਿਰ ਕੁਦਰਤ ਦਾ ਨਿਯਮ ਹੈ ਦੁੱਖ ਦਾਰੂ, ਫਿਰ ਪਰਮਾਤਮਾ ਦੁੱਖਾਂ ਨੂੰ ਦਵਾਈ ਬਣਾ ਕੇ ਭੇਜ ਦਿੰਦਾ। ਤੇ ਇੱਕ ਗੱਲ ਯਾਦ ਰੱਖਿਓ, ਦੁੱਖ ਦੇ ਵਿੱਚ ਸਾਥ ਕੋਈ ਨਹੀਂ ਜੇ ਦਿੰਦਾ ਹੁੰਦਾ। ਜਦੋਂ ਵੀ ਆਪਣਿਆਂ ਦੀ ਗਿਣਤੀ ਕਰਨੀ ਹੈ ਨਾ, ਉਹ ਉਸ ਵੇਲੇ ਕਰਿਓ ਜਦੋਂ ਤੁਹਾਡੇ ਤੇ ਮੁਸੀਬਤ ਆਉਂਦੀ ਹੈ। ਮਨੁੱਖ ਕੋਈ ਇਹ ਕਿਸੇ ਦੇ ਅੱਖਾਂ ਦੇ ਅਥਰੂ ਨਹੀਂ ਕੋਈ ਪੂੰਝਦਾ। ਆਪਾਂ ਹੁਣੇ ਪ੍ਰੇਮੇ ਦੀ, ਭਾਈ ਪ੍ਰੇਮੇ ਦੀ ਸਾਖੀ ਸਾਂਝੀ ਕੀਤੀ ਹੈ। ਜਿੰਨਾ ਮਾਂ ਬਾਪ ਤੇ ਮਾਣ ਹੁੰਦਾ ਹੈ ਨਾ, ਉਹ ਵੀ ਸਾਥ ਛੱਡ ਜਾਂਦੇ ਜੇ। ਭੈਣ ਭਰਾਵਾਂ ਤੇ ਮਾਣ ਹੁੰਦਾ, ਉਹ ਵੀ ਸਾਥ ਛੱਡ ਜਾਂਦੇ ਜੇ। ਬਾਣੀ ਦੇ ਵਿੱਚ ਇੱਥੋਂ ਤੱਕ ਬਚਨ ਹੈ, ਗਾਂ ਜਾ ਕੇ ਜ਼ਿਕਰ ਵੀ ਆਏਗਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਏ ਦਾ ਦਰ ਮੰਗਣ,
ਭਿੱਖ ਨਾ ਪਾਏਂਦਾ। ਜੇ ਰੱਬ ਦੀ ਨਜ਼ਰ ਫਿਰ ਗਈ ਨਾ, ਉਹ ਸੁਲਤਾਨਾਂ ਨੂੰ, ਬਾਦਸ਼ਾਹਾਂ ਨੂੰ ਵੀ ਘਾਹ ਖਾਣ ਦੇ ਲਈ ਮਜਬੂਰ ਕਰ ਦਿੰਦਾ ਹੈ। ਜਹਾਂਗੀਰ ਵਰਗੇ ਮਜਬੂਰ ਵੀ ਹੋਏ ਸਨ। याद रखियो ਉਹਦੀ ਨਿਗਾਹ ਦਾ ਕੋਈ ਪਤਾ नहीं, परमात्मा की निगाह कित्थे किहड़े वेले फिर जानी है। इस करके सतगुरु कहते तू परमात्मा नूं याद रख। तो ये मैं कह के गुरमुखो चलिया जावांगा कि ये संसार दे नालों पकड़ तोड़ दईए। मैं चलो आप सारी विचारत नहीं होनी, केवल तो केवल पहली पंक्ति की विचार ही होनी है। दुख मनुख नूं लगदे कदों ने? पहली मैं बेनती की सी आरंभ दे विच, पकड़ तो दुख ने। हुण दुख तो बचण का एक तरीका है, सतगुरु कहते तू सिमरन कर, दुनिया का मोह तोड़ दे। बस इहो सब तो ज़्यादा काम औखा जे। बुल्ले ने कहा ना, बुल्लिया रब का की पाउणा, इधरों पुट्टना इधर आउणा, पर मन नूं पुट्टना बड़ा औखा है। मैं सोच रहा सा इत्ते उदाहरण की देवां। तुसीं वेखो कोई पौधा, कोई बूटा गड्ढिया ना जमीन दे विच, जे तो वह बीज अजे जमीन के उत्ते है, उन्होंने पुट्टोगे तो सौखा पुट्टिया जाना है। जिन्नियां उहदियां जड़ां डूंघियां होंदियां गईयां, ज्यों ज्यों पुट्टोगे ना त्यों त्यों धरती की हिक जिहड़ी छल्ली हुंदी है, छल्ली हुंदा भाव ज्यों बूटे नूं पुट्टोगे तो जमीन उभर के बाहर नूं आ जाती है। जिहदे नाल जिन्ना तुहाडा मोह होवेगा, जदों उहदे तों तुसीं मोह नूं तोड़ोगे ना, जिवें जमीन दे मिट्टी बाहर आउंदी है ना, कलेजा बंदे दा पाट के बाहर आउंदा, दुख जरिया नीजे जांदा। कदे तजर्बा करके वेखिओ, कोई बूटा पुट्टिओ, जिन्ना कि उहदी जड़ डूंघी होवेगी उन्नी मिट्टी बाहर आउणी है। जिन्ना तू संसार दे नाल मोह पाया, जदों वो मोह तोड़ेगा ना, उन्ना तेरा कलेजा पाट के बाहर आउणा है। पर एक गल क्लीयर है कि दुख दे विच तेरा साथ किसी ने नहीं देना। एक मैं सतगुरां दा बचन साझा करके समाप्ति कर देवां। बड़ी बारी कीता है, सतगुरु कहेंगे जा कहो मुश्किल अत बने। मुसीबत आ गई, मुश्किल बन गई, ढोई कोई ना दे, कोई आसरा नहीं हुण दिंदा पिया। भैन भरा, यार दोस्त, माँ बाप, सके साथ छड्ड जांदे जे। इत्थों तक हनेरियां दे विच परछावें साथ छड्ड जांदे है। आ तुसीं बैठे जे, बांह पसार के वेखो, परछावां पैंदा तुहाडा। हनेरे च जाओगे उत्थे परछावां नहीं है। दुख दे विच कोई साथ नहीं दिंदा। कई बारी दुख दे विच ते मनुख दी आ हंझू भी साथ छड्ड जांदे ने, अखां भी सुक जांदियां ने, पर अंदर दे हौके नहीं जे मुकदे। कई बार सतगुरु कह लगे जा कहो मुश्किल अत बने, ढोई कोई आसरा नहीं दिंदा पिया, ढोई कोई ना दे, लागू होए दुश्मना। दुश्मन भी कहंदे हुण मौका बड़िया, इहदा बदला लै लिओ। देखो, लागू होए दुश्मना, साख पे भज खले, सब्बो भजे आसरा। सारे आसरे चुक खत्म हो गए। सब्बो भजे आसरा, चूकै सब असराओ। सतगुरु कहंदे जे सारियां मुसीबतां तेरे ते आ गईयां, सारे आसरे खत्म हो गए, इन्हां आसरियां दे विच तू रब दा आसरा तक ला। चित आवे उस पार ब्रह्मता लगे ना तत्ती। वाओ, जे किते तैनूं इहो ਜਿਹੇ समय च भी रब चेता आ गया, याद रखी तैनूं रब तत्ती वाह नहीं लगन देवेगा। मैं समाप्ति करा। जदों इल आसमान च उड़दी है ना, तो पुराने समय तुसीं वेख्या होवेगा, पिंडां दे विच जिन्हां ने कुकड़ियां घरे रखियां होंदियां सी, जिहड़े चूचे फिरदे सन ना, इल चूचियां नूं पैंदी है। भाई वीर सिंह उन्होंने बड़ी सोहनी गल लिखी, कहंदे जदों इल चूचियां नूं पवे ना, तो कुकड़ी की करदी है कि चूचियां नूं अपने खंभा ते थल्ले लका लैंदी है। कहंदे सिखा जदों तेरे ते दुख आवे तो गुरु दे शब्द रूपी खंभा दे थल्ले लोके चल बैठ जाया कर। दूसरी उदाहरण दवां, बच्चे ते मुसीबत आउंदी है, दुख आउंदा है, कोई उन्हूं मारदा है, कोई झिड़कदा है, बच्चा सब तो पहला इक्को काम करता है, माँ दियां लत्तां नूं घुट के फड़ लैंदा। तुसीं वेखो, बाप मारे, कोई घर चों कोई भी मारे ना, तो वह लत्तां 'च वड़दा जावेगा, घुट के फड़ेगा। बच्चे नूं दुख आया, माँ दियां लत्तां नूं चंबड़ गया, माँ बच्चे नूं बचा लैंदी है। तेरे ते दुख आया तो तू गुरु दे शब्द दे नाल चंबड़ जावी, गुरु तैनूं बचा लवेगा। दुख दारू सुख रोग पया, जा सुख ताम ना होई। मैं अद्धी पंक्ति दे विचार कीती है, दुख दारू सुख रोग पया। बाकी जी विचार आपां कल नूं सांझी करांगे। इन्नियां बेनतियां प्रमाण, होईयां भुल्लां गलतियां दी खिमा। आओ पावन पंक्तियां दा जाप सरवण करके समाप्ति करिए। दुख दारू सुख रोग पया, जा सुख ताम ना होई। तू करता करना मैं नाही, जाहों करी ना होई। वाहिगुरु जी का खालसा, वाहिगुरु जी